सत श्री अकाल। तुसीं गल पंजाब दी नाल जुड़े हो ते मैं मनप्रीत। अज साडे नाल अमनदीप कौर खीवा होणगे। अमनदीप कौर खीवा पंजाब दी ओह धी है जिहड़ी हमेशा संघर्ष के मैदान विच रहिंदी आ और हमेशा भावें किसानी मूवमेंट की गल कर लीए, भावें पढ़ाई के मसले नूं लैके गल कर लीए, जां जिथे भी औरतां दे नाल ज्यादती हुंदी आ उस मसले नूं लैके गल कर लीए, हर मसले दे अगे हुंदे ने, हर मसले दे विच शामिल हुंदे ने और हर समय पंजाब नूं और पूरे देश नूं अपना जिहड़ा समा दे रहे ने। तां अमनदीप कौर खीवा साडे नाल ने। स्वागत अमनदीप, बहुत 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 शुक्रिया तुहाडा। अमनदीप, किन्ने क समय तो लैके तुसीं इस कह लीए कि संघर्ष कर रहे हो जां लोकां दे मसलिਆਂ नूं लैके बोल रहे हो? मेरी संघर्षां दे विच आउण दी शुरुआत 2013 तो हुई सी, ਜਦੋਂ मैं पहली बार BA फस्ट ईयर ਦੇ ਵਿੱਚ ਦਾਖਲਾ ਲਿਆ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ। ਉਦੋਂ ਵਿਦਿਆਰਥੀ ਜਥੇਬੰਦੀ ਕੱਟੀ ਜਾਊਗੀ ਨਾ, ਉਦੋਂ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟ ਯੂਨੀਅਨ ਦੇ ਨਾਲ 1 ਸਾਲ ਤੱਕ ਮੈਂ ਸੰਘਰਸ਼ਾਂ ਦੇ ਪਿੜ ਵਿੱਚ ਪਹਿਲੀ ਵਾਰ ਆਈ ਸੀ। ਤਾਂ ਇਸ ਤੋਂ ਬਾਅਦ ਕੁਝ ਕਾਰਨਾਂ ਕਰਕੇ ਮੇਰਾ ਜਿਹੜਾ ਜਥੇਬੰਦੀਆਂ ਨਾਲ ਵਾਹ ਵਾਸਤਾ ਟੁੱਟ ਗਿਆ ਸੀ। ਤਾਂ ਹੁਣ ਫਿਰ ਪਿਛਲੇ 3-3.5 ਸਾਲ ਤੋਂ ਮੈਂ ਵਿਦਿਆਰਥੀ ਜਥੇਬੰਦੀ ਦੇ ਨਾਲ ਯੂਥ ਫੋਰ ਸਵਰਾਜ ਦੇ ਵਿੱਚ ਕੰਮ ਕਰ ਰਹੀ ਹਾਂ। ਤੇ ਇਸ ਤੋਂ ਇਲਾਵਾ ਜੈ ਕਿਸਾਨ ਅੰਦੋਲਨ ਜਿਹੜਾ ਕਿ ਸਵਰਾਜ ਅਭਿਆਨ ਦਾ ਇੱਕ ਕਿਸਾਨ ਵਿੰਗ ਹੈ, ਉਹਨਾਂ ਦੇ ਨਾਲ ਕੰਮ ਕਰ ਰਹੇ ਹਾਂ ਜਦੋਂ ਤੋਂ ਸਾਡੇ ਪੰਜਾਬ ਦੇ ਵਿੱਚ ਕਿਸਾਨ ਮੂਵਮੈਂਟ ਸ਼ੁਰੂ ਹੋਈ ਹੈ। ਤੇ ਵਿਦਿਆਰਥੀਆਂ ਦੇ ਮਸਲੇ ਤੇ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 3-3.5 ਸਾਲ ਤੋਂ ਲਗਾਤਾਰ ਵਿਚਰ ਰਹੇ ਹਾਂ। ਅਮਨਦੀਪ, ਕੀ ਲੱਗਦਾ ਹੈ ਕਿ ਜਦੋਂ ਇੱਕ ਕੁੜੀ ਘਰ ਤੋਂ ਬਾਹਰ ਜਾਂਦੀ ਆ ਉਸ ਟਾਈਮ ਤੇ ਉੱਤੇ ਮਾਪਿਆਂ ਦਾ ਕਿਸ ਤਰ੍ਹਾਂ ਦਾ ਵਿਵਹਾਰ ਹੁੰਦਾ ਜਾਂ ਲੋਕਾਂ ਦਾ ਕੀ ਵਿਵਹਾਰ ਹੁੰਦਾ? ਤੁਹਾਡੇ ਨਾਲ ਇਸ ਤਰ੍ਹਾਂ ਦਾ ਕਿਵੇਂ ਰਿਹਾ ਕਿ ਮਾਪਿਆਂ ਨੇ ਕਿਹਾ ਕਿ ਹਾਂ ਜਾ ਤੂੰ, ਜਾਂ ਇਸ ਤਰ੍ਹਾਂ ਕਿਹਾ ਕਿ ਨਹੀਂ ਜਾਣਾ ਚਾਹੀਦਾ? ਘਰ ਤੋਂ ਬਾਹਰ ਜਾਣਾ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਤਾਂ ਹੁਣ ਪਿਛਲੇ 30 ਸਾਲਾਂ ਨਾਲੋਂ ਪੰਜਾਬ ਦੀ ਹਾਲਤ ਬਹੁਤ ਜ਼ਿਆਦਾ ਬਦਲ ਗਈ ਹੈ। ਜਦੋਂ ਪਹਿਲਾਂ ਤਾਂ ਕੁੜੀਆਂ ਨੂੰ ਸਕੂਲ ਜਾਣ ਲਈ ਵੀ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਸੀ, ਹੁਣ ਪੰਜਾਬ ਦੀਆਂ ਲਗਭਗ 99% ਕੁੜੀਆਂ ਸਕੂਲਾਂ 'ਚ ਜਾ ਰਹੀਆਂ ਨੇ। ਉਸ ਤੋਂ ਕੁਝ ਘੱਟ ਪਰਸੈਂਟ ਕੁੜੀਆਂ ਹਾਇਰ ਐਜੂਕੇਸ਼ਨ ਦੇ ਵਿੱਚ ਆ ਰਹੀਆਂ ਨੇ। ਤਾਂ ਦੋ ਤਰ੍ਹਾਂ ਦਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਘਰ ਤੋਂ ਬਾਹਰ ਜਾਣਾ ਹੁੰਦਾ, ਇੱਕ ਤਾਂ ਪੜ੍ਹਾਈ ਦੇ ਲਈ ਜਿਹਦੇ ਵਿੱਚ ਮਾਪਿਆਂ ਨੂੰ ਨੌਕਰੀ ਦੀ ਆਸ ਹੁੰਦੀ ਹੈ ਕਿ ਇਹ ਕਿਸੇ ਰੋਟੀ ਦੇ ਵੇਲੇ ਲੱਗ ਜੂਗੀ, ਤੇ ਦੂਜਾ ਘਰ ਤੋਂ ਬਾਹਰ ਜਾਣਾ ਹੁੰਦਾ ਸੰਘਰਸ਼ਾਂ ਦੇ ਲਈ, ਜਿਹੜਾ ਕਿ ਪੜ੍ਹਾਈ ਤੋਂ ਬਾਅਦ ਵੀ ਮੈਨੂੰ ਲੱਗਦਾ ਹਰੇਕ ਨੂੰ ਅੱਜ ਕੱਲ੍ਹ ਜਾਣਾ ਹੀ ਪੈਂਦਾ ਹੈ ਕਿਉਂਕਿ ਨੌਕਰੀਆਂ ਕੋਈ ਧਰੀਆਂ ਧਰਾਈਆਂ ਨਹੀਂ ਮਿਲਦੀਆਂ। ਤਾਂ ਤੁਹਾਡਾ ਜਿਹੜਾ ਸਵਾਲ ਹੈ ਉਹ ਸੰਘਰਸ਼ਾਂ ਦੇ ਨਾਲ ਸੰਬੰਧਿਤ ਹੈ ਕਿ ਘਰ ਤੋਂ ਬਾਹਰ ਜਾਣ ਲਈ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਤਾਂ ਇਹਦੇ ਵਿੱਚ ਦੋ ਟੱਕ ਹੀ ਜਵਾਬ ਹੈ ਕਿ ਪਹਿਲੀ ਲੜਾਈ ਆਪਦੇ ਮਨ ਨਾਲ ਹੁੰਦੀ ਹੈ। ਸਾਨੂੰ ਇਹ ਕਲੀਅਰ ਹੋਣਾ ਚਾਹੀਦਾ ਹੈ ਕਿ ਕੁੜੀ ਹੋਣ ਦੇ ਨਾਤੇ ਕੀ ਮੇਰੀ ਸੰਘਰਸ਼ਾਂ ਦੇ ਵਿੱਚ ਲੋੜ ਹੈ। ਜਦੋਂ ਮੈਂ ਸਟੇਜਾਂ 'ਤੇ, ਜਦੋਂ ਮੈਂ ਲੇਖਾਂ ਦੇ ਵਿੱਚ, ਜਦੋਂ ਮੈਂ ਕਵਿਤਾਵਾਂ ਦੇ ਵਿੱਚ ਮੰਗ ਕਰਦੀ ਹਾਂ ਅੱਧੇ ਅਸਮਾਨ ਦੀ ਕਿ ਮੈਂ ਕੁੜੀਆਂ ਤੇ ਅੱਧੇ ਹੱਕ ਮੇਰੇ ਹੈ, ਤਾਂ ਉਦੋਂ ਮੈਨੂੰ ਇਹ ਸਮਝਣਾ ਪਊਗਾ ਕਿ ਜੇਕਰ ਮੈਂ ਅੱਧੇ ਹੱਕ ਮੰਗਦੀ ਹਾਂ ਤਾਂ ਅੱਧੀ ਲੜਾਈ ਵੀ ਮੇਰੀ ਹੈ। ਉਸੇ ਜ਼ਿੰਮੇਵਾਰੀ ਦੇ ਤਹਿਤ ਮੈਂ ਘਰ ਤੋਂ ਬਾਹਰ ਹਾਂ, ਘਰ ਤੋਂ ਬਾਹਰ ਹੁੰਨੀ ਹਾਂ, ਸੰਘਰਸ਼ਾਂ ਦੇ ਪਿੜ ਵਿੱਚ ਹੁੰਨੀ ਹਾਂ। ਤਾਂ ਸ਼ੁਰੂਆਤ ਦੇ ਵਿੱਚ ਮਾਪਿਆਂ ਨੂੰ ਇੱਕੋ ਦਮ ਅਜੀਬ ਲੱਗਿਆ ਸੀ ਕਿ ਸਾਡਾ ਧਰਨੇ ਦੇ ਵਿੱਚ ਕੀ ਕੰਮ ਹੈ, ਮੇਰਾ ਸੰਘਰਸ਼ਾਂ ਦੇ ਵਿੱਚ ਕੀ ਕੰਮ ਹੈ, ਜਾਂ ਸਾਨੂੰ ਕੀ ਹੈ। ਤਾਂ ਇਸ ਤਰ੍ਹਾਂ ਦੀ ਕਸ਼ਮਕਸ਼ ਜਿਹੜੀ ਹੈ ਉਹ ਡਾਇਲੌਗ ਦੇ ਨਾਲ ਨਿਕਲਦੀ ਹੈ। ਉਹਨਾਂ ਨੂੰ ਸਮਝਾਉਣਾ ਪੈਂਦਾ ਹੈ ਕਿ ਸਾਡੇ ਜੇਕਰ ਇਕੱਲੇ ਹੱਕ ਹੀ ਨਹੀਂ ਹੁੰਦੇ, ਸਾਡੇ ਕੁਝ ਫਰਜ਼ ਵੀ ਹੁੰਦੇ ਨੇ। ਅਸੀਂ ਜੇ ਸਮਾਜ ਤੋਂ ਬਹੁਤ ਕੁਝ ਗ੍ਰਹਿਣ ਕਰ ਰਹੇ ਹਾਂ, ਸਮਾਜ ਦੇ ਵਿੱਚ ਬਣੀਆਂ ਸੰਸਥਾਵਾਂ ਤੋਂ ਜੇਕਰ ਅਸੀਂ ਪੜ੍ਹਾਈ ਲੈ ਰਹੇ ਹਾਂ, ਸਰਕਾਰੀ ਸੈਕਟਰ ਤੋਂ ਪੜ੍ਹਾਈ ਲੈ ਰਹੇ ਹਾਂ ਜੇਕਰ, ਤਾਂ ਇਹ ਕੱਟ ਦਿਓ ਤੁਸੀਂ, ਕੋਈ ਨਾ ਕੋਈ ਚੱਲ ਬੋਲੀ ਚੱਲੇਗਾ। ਤਾਂ ਮਾਪਿਆਂ ਨੂੰ ਵੀ ਇਹ ਸਮਝਾਉਣਾ ਪੈਂਦਾ ਹੈ। ਪਹਿਲੀ ਲੜਾਈ ਆਪਦੇ ਆਪ ਨਾਲ ਤੇ ਦੂਜੀ ਲੜਾਈ ਮਾਪਿਆਂ ਦੇ ਨਾਲ ਉਹ ਇਸ ਤਰ੍ਹਾਂ ਦੀ ਕਿ ਉਹਨਾਂ ਨੂੰ ਸਮਝਾਉਣਾ ਪੈਂਦਾ ਹੈ ਕਿ ਜੇਕਰ ਅਸੀਂ ਸਮਾਜ ਤੋਂ ਬਹੁਤ ਕੁਝ ਪ੍ਰਾਪਤ ਕਰ ਰਹੇ ਹਾਂ, ਸਮਾਜ ਸਾਨੂੰ ਦੇ ਰਿਹਾ ਹੈ, ਮਾਹੌਲ ਦੇ ਰਿਹਾ ਹੈ, ਤਾਂ ਸਾਨੂੰ ਪੇ ਬੈਕ ਵੀ ਕਰਨਾ ਚਾਹੀਦਾ ਹੈ। ਸਾਡੇ ਕੁਝ ਫਰਜ਼ ਨੇ ਆਪਦੇ ਲੋਕਾਂ ਦੇ ਲਈ, ਜਿਨ੍ਹਾਂ ਲੋਕਾਂ ਦੀ ਇਹ ਪੰਜਾਬ, ਇਹ ਧਰਤੀ ਹੈ। ਜੇਕਰ ਇਹ ਅੱਜ ਨਿਘਾਰ ਵੱਲ ਜਾਊਗੀ ਤਾਂ ਸਾਨੂੰ ਉਹਨਾਂ ਹੱਕਾਂ ਦੇ ਲਈ ਲੜਨਾ ਪਊਗਾ, ਬਾਹਰ ਖੜ੍ਹਨਾ ਪਊਗਾ। ਤਾਂ ਇਸ ਡਾਇਲਾਗ 'ਚੋਂ, ਇਸ ਸਮਝਾਉਣ ਦੀ ਪ੍ਰਕਿਰਿਆ ਦੇ ਵਿੱਚੋਂ ਨਿਕਲ ਕੇ ਸੰਘਰਸ਼ਾਂ ਦੇ ਮੈਦਾਨ ਵਿੱਚ ਆਏ ਹਾਂ ਤੇ ਅੱਗੇ ਵੀ ਵਿਚਰਦੇ ਰਵਾਂਗੇ ਕਿਉਂਕਿ ਸਾਡੇ ਸਮੇਂ ਦੀ ਲੋੜ ਹੈ। ਅਮਨ, ਔਰਤਾਂ ਦੀ ਆਜ਼ਾਦੀ ਦੀ ਗੱਲ ਹੁੰਦੀ ਹੈ, ਤੁਹਾਡੇ ਮੁਤਾਬਕ ਜੇ ਦੇਖਿਆ ਜਾ ਕੇ ਪਿੰਡਾਂ 'ਚ ਰਹਿ ਰਹੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਔਰਤ ਦੇ ਅਸਲੀ ਮਾਇਨਿਆਂ 'ਚ ਹੱਕ ਕੀ ਨੇ? ਆਜ਼ਾਦੀ ਦੀ ਜਦੋਂ ਗੱਲ ਕਰਦੇ ਆ ਉਹਨਾਂ ਦੇ ਕੀ ਹੱਕ ਨੇ? ਕਿਸੇ ਵੀ ਮਨੁੱਖ ਦੀ ਆਜ਼ਾਦੀ ਜਾਂ ਕਿਸੇ ਵੀ ਮਨੁੱਖ ਦਾ ਹੱਕ ਇਹ ਹੁੰਦਾ ਕਿ ਉਸ ਨੂੰ ਮਨੁੱਖ ਸਮਝਿਆ ਜਾਵੇ। ਜਦੋਂ ਅਸੀਂ ਹਿਊਮਨ ਰਾਈਟਸ ਦੀ ਵੀ ਗੱਲ ਕਰਦੇ ਹਾਂ ਤਾਂ ਔਰਤ ਨੂੰ ਹਮੇਸ਼ਾ ਤੋਂ ਹੀ ਦੂਜੈਲੇ ਦਰਜੇ ਦਾ ਪ੍ਰਾਣੀ ਸਮਝਿਆ ਗਿਆ ਹੈ। ਜਿਵੇਂ ਕਿ
ਮੱਖੀ ਮੈਨੂੰ ਬਹੁਤ ਤੰਗ ਕਰੀ। ਤੂੰ ਬਲ ਬਾਲਾ ਕਟਵਾਤਾ ਆਪਾਂ ਲਗਾਤਾਰ ਕਰਨੀ ਚੱਲ। ਕਿਸੇ ਵੀ ਮਨੁੱਖ ਆ ਵੀ ਤੁਹਾਡੀ ਖੰਘ ਜੀ ਵਿੱਚ ਆਉ ਕੋਈ ਨਾ ਕਟਵਾ। ਕਿਸੇ ਵੀ ਮਨੁੱਖ ਦੇ ਹੱਕ ਇਹੀ ਹੁੰਦੇ ਆ ਕਿ ਉਸ ਨੂੰ ਮਨੁੱਖ ਸਮਝਿਆ ਜਾਵੇ। ਜਦੋਂ ਅਸੀਂ ਔਰਤਾਂ ਦੇ ਹੱਕਾਂ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਹੁੰਦਾ ਕਿ ਇਹ ਪ੍ਰਸ਼ਨ ਉੱਠਣਾ ਹੀ ਕਿਉਂ ਚਾਹੀਦਾ, ਪਰ ਇਹ ਪ੍ਰਸ਼ਨ ਉੱਠਿਆ ਤਾਂ ਇਹਦਾ ਮਤਲਬ ਕੋਈ ਕਾਰਨ ਹੈ ਕਿ ਔਰਤ ਨੂੰ ਇੱਕ ਮਨੁੱਖ ਹੀ ਨਹੀਂ ਸਮਝਿਆ ਗਿਆ। ਜੇ ਸਮਝਿਆ ਗਿਆ ਤਾਂ ਉਸ ਨੂੰ ਦੂਜੇ ਦਰਜੇ ਦਾ ਮਨੁੱਖ ਸਮਝਿਆ ਗਿਆ ਕਿ ਉਹ ਪੁਰਸ਼ ਨਾਲੋਂ ਕਿਤੇ ਨਾ ਕਿਤੇ ਘੱਟ ਹੈ। ਜਿਵੇਂ ਕਿ ਸਾਡੇ ਲੋਕ ਮਨਾਂ ਦੇ ਵਿੱਚ ਇਹ ਗੱਲਾਂ ਬਣੀਆਂ ਏ ਕਿ ਔਰਤ ਦੀ ਮੱਤ ਜਿਹੜੀ ਉਹ ਗਿੱਚੀ ਪਿੱਛੇ ਹੁੰਦੀ ਹੈ, ਜਾਂ ਔਰਤ ਘਰ ਨਹੀਂ ਚਲਾ ਸਕਦੀ, ਜਾਂ ਔਰਤ ਦੀਆਂ ਕਮਾਈਆਂ ਨਾਲ ਘਰ ਨਹੀਂ ਚੱਲਦੇ। ਤਾਂ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਔਰਤ ਨੂੰ ਹਮੇਸ਼ਾ ਦੂਜੇ ਦਰਜੇ ਦੀ ਪ੍ਰਾਣੀ ਮੰਨਿਆ ਗਿਆ। ਔਰਤ ਦੇ ਹੱਕ ਉਹੀ ਨੇ ਜੋ ਇੱਕ ਮਨੁੱਖ ਦੇ ਹੱਕ ਨੇ। ਤਾਂ ਮਨੁੱਖ ਦੇ ਤੌਰ ਤੇ ਉਹਨੂੰ ਜਿਹੜੀ ਮੌਕਿਆਂ ਦੀ ਬਰਾਬਰਤਾ ਦਿੱਤੀ ਜਾਵੇ। ਜਿਸ ਤਰ੍ਹਾਂ ਇੱਕ ਪੁਰਸ਼ ਇਸ ਸਮਾਜ ਦੇ ਵਿੱਚ ਆਜ਼ਾਦੀ ਨਾਲ ਘੁੰਮ ਫਿਰ ਸਕਦਾ ਏ, ਜਿਸ ਤਰ੍ਹਾਂ ਉਹ ਕਮਾ ਸਕਦਾ ਏ, ਜਿਸ ਤਰ੍ਹਾਂ ਉਹਨੂੰ ਬੋਲਣ ਦੀ ਆਜ਼ਾਦੀ ਹੈ, ਜਿਸ ਤਰ੍ਹਾਂ ਉਹਨੂੰ ਬਾਹਰ ਘੁੰਮਣ ਫਿਰਨ ਦੀ ਆਜ਼ਾਦੀ ਹੈ, ਉਸ ਤਰ੍ਹਾਂ ਔਰਤਾਂ ਨੂੰ ਵੀ ਬਰਾਬਰ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਬਰਾਬਰ ਦੇ ਪੜ੍ਹਾਈ ਦੇ ਮੌਕੇ ਹੋਣੇ ਚਾਹੀਦੇ ਨੇ, ਬਰਾਬਰ ਦੇ ਫੈਲਣ ਵਿਕਸਣ ਦੇ ਮੌਕੇ ਹੋਣੇ ਚਾਹੀਦੇ ਨੇ। ਅਮਨ, ਲੱਗਦਾ ਹੈ ਕਿ ਜਦੋਂ ਮਾਪਿਆਂ ਦੇ, ਜਦੋਂ ਅਸੀਂ ਡਰ ਦੀ ਗੱਲ ਕਰਦੇ ਹਾਂ, ਵੱਡਾ ਡਰ ਆ ਮਾਪਿਆਂ ਦੇ ਮਨਾਂ ਅੰਦਰ ਕਿ ਜਦੋਂ ਬਹੁਤ ਸਾਰੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਦੇਸ਼ ਦੇ ਅੰਦਰ ਵਾਪਰਦੀਆਂ ਨੇ ਤਾਂ ਉਹ ਇੱਕ ਡਰ ਆ ਮਾਪਿਆਂ ਦਾ। ਜਦੋਂ ਉਹ ਕੁੜੀਆਂ ਨੂੰ ਰੋਕਦੇ ਨੇ ਬਾਹਰ ਜਾਣ ਤੋਂ, ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਡਰ ਵੀ ਜਾਇਜ਼ ਆ ਮਾਪਿਆਂ ਦਾ? ਉਹ ਡਰ ਪਹਿਲੀ ਨਜ਼ਰੇ ਵੇਖਿਆ ਬਿਲਕੁਲ ਜਾਇਜ਼ ਲੱਗਦਾ, ਕਿਉਂਕਿ ਅੱਜ ਕੋਈ ਦਿਨ ਅਜਿਹਾ ਨਹੀਂ ਜਾਂਦਾ ਜਿੱਥੇ ਔਰਤਾਂ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੀ ਹੋਵੇ। ਉਹ ਚਾਹੇ ਉਹਨਾਂ ਦੀ ਮੈਂਟਲੀ ਹਰਾਸਮੈਂਟ ਹੋਵੇ, ਚਾਹੇ ਫਿਜ਼ੀਕਲ ਹਰਾਸਮੈਂਟ ਹੋਵੇ। ਅਖਬਾਰਾਂ ਇਸ ਗੱਲ ਦੀਆਂ ਗਵਾਹ ਨੇ। ਤਾਂ ਮਾਪੇ ਡਰਦੇ ਆ ਤੇ ਇਹ ਡਰ ਉਦੋਂ ਜਾਇਜ਼ ਹੋ ਜਾਂਦਾ ਹੈ ਜਦੋਂ ਇਹਨਾਂ ਘਟਨਾਵਾਂ ਨੂੰ ਬਿਲਕੁਲ ਆਮ ਬਣਾ ਦਿੱਤਾ ਜਾਂਦਾ ਹੈ ਤੇ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਵੀ ਕੋਈ ਨਹੀਂ ਮਿਲਦੀ। ਤਾਂ ਦੂਜਾ ਪੱਖ ਇਹਦਾ ਇਹ ਵੀ ਹੈ ਕਿ ਅਸੀਂ ਜਿਹੜੇ ਪੀੜਤ ਹੈ ਉਸ ਨੂੰ ਰੋਕ ਕੇ ਰੱਖਾਂਗੇ ਜਦੋਂ, ਤਾਂ ਜਿਹੜਾ ਅਸਲੀ ਦੋਸ਼ੀ ਹੈ ਜਿਹਦੇ ਕਰਕੇ ਔਰਤ ਸੁਰੱਖਿਅਤ ਨਹੀਂ ਹੈਗੀ, ਅਸੀਂ ਉਸ ਨੂੰ ਬਰੀ ਕਰ ਰਹੇ ਹਾਂ। ਅਸੀਂ ਉਸ ਕੁੜੀ ਨੂੰ ਹੀ ਪਿੰਜਰੇ ਦੇ ਵਿੱਚ ਪਾ ਕੇ ਰੱਖ ਰਹੇ ਹਾਂ ਕਿ ਤੂੰ ਬਾਹਰ ਨਾ ਜਾ, ਲੇਕਿਨ ਜਿਹਦੇ ਕਰਕੇ ਉਹਨਾਂ ਦਾ ਡਰ ਹੈ, ਜਿਹੜੇ ਲੋਕ ਉਸ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰਵਾ ਰਹੇ, ਅਸੀਂ ਉਹਨਾਂ ਨੂੰ ਟਾਰਗੇਟ ਨਹੀਂ ਕਰ ਰਹੇ। ਮੈਨੂੰ ਲੱਗਦਾ ਹੈ ਕਿ ਕੁੜੀਆਂ ਨੂੰ ਆਪਦੇ ਘਰੇ ਪਿੰਜਰੇ 'ਚ ਬੰਦ ਕਰਨ ਦੇ ਨਾਲੋਂ ਜਾਂ ਕੁੜੀਆਂ ਤੇ ਹੀ ਸਾਰੀਆਂ ਰੋਕਾਂ ਲਾਉਣ ਦੇ ਨਾਲੋਂ ਸਾਨੂੰ ਆਪਦੇ ਮੁੰਡਿਆਂ ਨੂੰ ਸਮਝਾਉਣਾ ਪਊਗਾ ਕਿ ਬਾਹਰ ਵਿਚਰਨਾ ਕਿਵੇਂ ਆ ਤੁਸੀਂ। ਤੇ ਦੂਜੀ ਗੱਲ, ਇਹ ਜ਼ਿੰਮੇਵਾਰੀ ਮੁੰਡਿਆਂ ਤੇ ਜ਼ਿਆਦਾ ਆ ਜਾਂਦੀ ਹੈ, ਕਿਉਂਕਿ ਜਦੋਂ ਕੋਈ ਕਹਿੰਦਾ ਹੈ ਕਿ ਕੁੜੀਏ ਤੂੰ ਬਾਹਰ ਨਹੀਂ ਜਾਣਾ, ਬਾਹਰ ਤਾਂ ਬਹੁਤ ਮੰਡੀਰ ਫਿਰਦੀ ਹੋਊਗੀ, ਜਾਂ ਤੂੰ ਧਰਨੇ ਤੇ ਨਹੀਂ ਜਾਣਾ, ਉੱਥੇ ਤਾਂ ਸਿਰਫ ਮੁੰਡੇ ਹੁੰਦੇ ਆ, ਤਾਂ ਉੱਥੇ ਮੁੰਡਿਆਂ ਤੇ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿ ਅਸੀਂ ਕੁੜੀਆਂ ਨੂੰ ਸੁਰੱਖਿਅਤ ਫੀਲ ਕਰਵਾਈਏ, ਅਸੀਂ ਉਹਨਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਈਏ। ਦੂਜੀ ਜ਼ਿੰਮੇਵਾਰੀ ਮਾਪਿਆਂ ਦੀ ਹੈ ਕਿ ਜਦੋਂ ਸਾਨੂੰ ਲੱਗਦਾ ਕਿ ਬਾਹਰ ਕੋਈ ਕੁੜੀ ਨਹੀਂ ਹੋਊਗੀ ਤਾਂ ਉਹ ਕਿਵੇਂ ਹੋਊਗੀ ਜਦੋਂ ਤੁਸੀਂ ਜਾਣ ਹੀ ਨਹੀਂ ਦਿਓਗੇ। ਜੇਕਰ ਹਰ ਥਾਂ ਤੇ ਔਰਤਾਂ ਪਾਈਆਂ ਜਾਣਗੀਆਂ, ਮੈਨੂੰ ਲੱਗਦਾ ਹੁੰਦਾ ਜੇ ਬੱਸਾਂ ਦੀਆਂ ਡਰਾਈਵਰ ਕੁੜੀਆਂ ਹੋਣ, ਬੱਸਾਂ ਦੀਆਂ ਕਨੈਕਟਰ ਕੁੜੀਆਂ ਹੋਣ, ਜੇ ਮਕੈਨਿਕ ਦੀ ਦੁਕਾਨ ਤੇ ਵੀ ਕੁੜੀਆਂ ਕੰਮ ਕਰ ਰਹੀਆਂ ਹੋਣ, ਜੇਕਰ ਟੈਕਸੀਆਂ ਵੀ ਕੁੜੀਆਂ ਚਲਾ ਰਹੀਆਂ ਹੋਣ, ਤਾਂ ਫਿਰ ਅੱਧੀ ਰਾਤ ਕਿਸੇ ਮਾਪੇ ਨੂੰ ਡਰ ਨਹੀਂ ਹੋਊਗਾ ਬਈ ਸਾਡੀ ਕੁੜੀ ਜਿਹੜੀ ਆ ਕਿਸੇ ਟੈਕਸੀ ਦੇ ਵਿੱਚ, ਕਿਸੇ ਬੱਸ ਦੇ ਵਿੱਚ, ਕਿਸੇ ਧਰਨੇ ਦੇ ਵਿੱਚ ਉਹ ਅਸੁਰੱਖਿਅਤ ਹੈ। ਕਿਉਂਕਿ ਜੇਕਰ 50% ਗਿਣਤੀ ਉੱਥੇ ਔਰਤਾਂ ਦੀ ਹੋਊਗੀ ਤਾਂ ਉਹ ਵਾਕਈ ਇਹ ਉਹਨਾਂ ਦੇ ਵਿੱਚ ਇੱਕ ਤਾਕਤ ਆਊਗੀ, ਉਹ ਮਾਨਸਿਕ ਤੌਰ ਤੇ ਸਟਰੋਂਗ ਫੀਲ ਕਰਨਗੀਆਂ। ਅਮਨ, ਲੱਗਦਾ ਕਿ ਜਿਹੜੀਆਂ ਕੁੜੀਆਂ, ਬਹੁਤ ਸਾਰੀਆਂ ਕੁੜੀਆਂ ਘਰਾਂ 'ਚੋਂ ਨਿਕਲਣਾ ਚਾਹੁੰਦੀਆਂ ਨੇ ਬਾਹਰ, ਲੋਕਾਂ ਲਈ ਲੜਨਾ ਚਾਹੁੰਦੀਆਂ ਨੇ, ਲੋਕ ਮਸਲਿਆਂ ਨੂੰ ਆਵਾਜ਼ ਉਠਾਉਣਾ ਚਾਹੁੰਦੀਆਂ ਨੇ, ਪਰ ਕਿਤੇ ਨਾ ਕਿਤੇ ਬਹੁਤ ਸਾਰੇ ਕਾਰਨਾਂ ਕਰਕੇ ਉਹ ਘਰਾਂ ਦੇ ਵਿੱਚ ਨੇ। ਤੁਹਾਨੂੰ ਲੱਗਦਾ ਕਿ ਜਿਹੜੀਆਂ ਨਵੀਆਂ ਕੁੜੀਆਂ ਆਉਣਾ ਚਾਹੁੰਦੀਆਂ ਨੇ, ਕਿਸ ਤਰ੍ਹਾਂ ਦੀ ਉਹਨਾਂ ਨੂੰ ਕੀ ਸੁਝਾਅ ਤੁਹਾਡੇ, ਕਿਸ ਤਰ੍ਹਾਂ ਉਹ ਲੜਨ, ਮਾਪਿਆਂ ਨੂੰ ਕੀ ਉਹਨਾਂ ਦੇ ਜਿਹੜੇ ਕਹਿ ਲਈਏ ਜਵਾਬ ਹੋਣਗੇ, ਜਾਂ ਮਾਪਿਆਂ ਨੂੰ ਕਿਸ ਤਰ੍ਹਾਂ ਸਮਝਾ ਸਕਦੀਆਂ ਨੇ? ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੀ। ਪਹਿਲਾਂ ਤਾਂ ਮੈਨੂੰ ਲੱਗਦਾ ਸੀਗਾ ਕਿ ਅਸੀਂ ਮਸਲਿਆਂ ਤੋਂ ਦੂਰ ਰਹਿ ਜਾਂਦੇ ਸੀ, ਪਰ ਮੈਨੂੰ ਲੱਗਦਾ ਹੁਣ ਕੋਈ ਅਜਿਹੇ ਮਾਪੇ ਨਹੀਂ ਹੋਣਗੇ, ਕੋਈ ਅਜਿਹੀ ਕੁੜੀ ਨਾ ਹੋਊਗੀ ਜਿਹੜੀ ਕਿ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਾਲਤ ਨਹੀਂ ਦੇਖ ਪਾ ਰਹੀ। ਤਾਂ ਮੈਨੂੰ ਲੱਗਦਾ ਕਿ ਅੱਜ ਬੱਚੇ ਤੱਕ ਦੀ ਮਜਬੂਰੀ ਬਣ ਚੁੱਕੀ ਹੈ ਕਿ ਸਾਨੂੰ ਸੰਘਰਸ਼ਾਂ ਦੇ ਪਿੜ ਵਿੱਚ ਆਉਣਾ ਪਊਗਾ, ਕਿਉਂਕਿ ਜਦੋਂ ਕਿਸਾਨ ਸੰਘਰਸ਼ ਸ਼ੁਰੂ ਹੋਇਆ ਤਾਂ ਉਦੋਂ ਵੀ ਇਹ ਇੱਕ ਵੇਵ ਬਣ ਰਹੀ ਸੀ ਕਿ ਇਹ ਪੰਜਾਬ ਦੀ ਆਖਰੀ ਲੜਾਈ ਹੈ, ਜੇਕਰ ਅਸੀਂ ਇਹਦੇ ਵਿੱਚ ਨਾ ਗਏ ਤਾਂ ਸਾਡੇ ਕੋਲ ਬੋਲਣ ਲਈ ਕੁਝ ਨਹੀਂ ਬਚੂਗਾ। ਇਸ ਤਰ੍ਹਾਂ ਮਾਪਿਆਂ ਨੂੰ ਵੀ, ਸਾਡੇ ਆਮ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਅੱਜ ਜੇਕਰ ਅਸੀਂ ਆਪਦੇ ਜਵਾਕਾਂ ਨੂੰ ਸੰਘਰਸ਼ ਦੇ ਵਿੱਚ ਜਾਣ ਤੋਂ ਰੋਕ ਰਹੇ ਹਾਂ ਕਿ ਛੱਡੋ ਤੁਹਾਡਾ ਕੀ ਕੰਮ ਹੈ, ਜਾਂ ਆਪਣੇ ਜਾਏ ਨਾਲ ਕੀ ਹੋ ਜਾਊਗਾ, ਤਾਂ ਸਾਡੇ ਕੋਲ ਬੋਲਣ ਲਈ ਕੁਝ ਬਚੂਗਾ ਨਹੀਂ। ਕਿਉਂਕਿ ਕੱਲ੍ਹ ਨੂੰ ਜੇਕਰ ਤੁਹਾਡੇ ਬੱਚਿਆਂ ਨੇ ਨੌਕਰੀਆਂ ਕਰਕੇ ਬਾਅਦ ਵਿੱਚੋਂ ਵੀ ਸੜਕਾਂ 'ਤੇ ਆ ਕੇ ਡੰਡੇ ਹੀ ਖਾਣੇ ਆ, ਕਿਉਂਕਿ ਸੰਘਰਸ਼ ਤੋਂ ਬਿਨਾਂ ਇਹ ਸਰਕਾਰ ਦੇ ਕੰਨ 'ਤੇ ਜੂੰ ਸਰਕ ਹੀ ਨਹੀਂ ਰਹੀ, ਸਾਡੇ ਕੋਲੇ ਹੋਰ ਕੁਝ ਬਚਿਆ ਹੀ ਨਹੀਂ। ਅਸੀਂ ਜੇਕਰ ਅੱਜ ਨਹੀਂ ਬੋਲਾਂਗੇ ਤਾਂ ਤੁਹਾਨੂੰ ਕੱਲ੍ਹ ਬੋਲਣਾ ਪਊਗਾ, ਜੇ ਤੁਸੀਂ ਕੱਲ੍ਹ ਵੀ ਨਹੀਂ ਬੋਲੋਗੇ ਤਾਂ ਤੁਹਾਨੂੰ ਚੁੱਪ ਹੋਣਾ ਪੈ ਜਾਊਗਾ। ਤਾਂ ਇਹ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ, ਚਾਹੇ ਉਹ ਮੁੰਡਾ ਹੈ ਚਾਹੇ ਕੁੜੀ ਹੈ, ਉਹਨਾਂ ਨੂੰ ਫੈਲਣ ਵਿਕਸਣ ਦੇ ਮੌਕੇ ਦੇਈਏ।
ਸਭ ਤੋਂ ਪਹਿਲਾਂ ਤਾਂ ਸਾਡੀ ਵਿਚਾਰਧਾਰਕ ਸਮਝ ਜਿਹੜੀ ਉਹ ਕਲੀਅਰ ਹੋਣੀ ਚਾਹੀਦੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਿਹਦੇ ਨਾਲ ਲੜਨਾ ਹੈ ਤੇ ਕਿਉਂ ਲੜਨਾ ਹੈ ਤੇ ਕਦੋਂ ਲੜਨਾ ਹੈ ਤੇ ਕਿੱਥੇ ਲੜਨਾ ਹੈ। ਤਾਂ ਬੱਚਿਆਂ ਨੂੰ ਜਿਹੜੀਆਂ ਨਵੀਆਂ ਕੁੜੀਆਂ ਕਾਲਜਾਂ ਦੇ ਵਿੱਚ ਦਾਖਲਾ ਲੈ ਰਹੀਆਂ ਨੇ, ਉੱਥੇ ਬਹੁਤ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਕਾਲਜਾਂ ਦੇ ਵਿੱਚ ਹੁੰਦੀਆਂ ਨੇ, ਤਾਂ ਕਿਸੇ ਦੇ ਨਾਲ ਵੀ ਰਲਣ ਤੋਂ ਪਹਿਲਾਂ ਤੁਸੀਂ ਆਪਦੀ ਸਮਝ ਕਲੀਅਰ ਕਰੋ। ਮੈਨੂੰ ਲੱਗਦਾ ਹੁੰਦਾ ਸਾਹਿਤ ਨਾਲ ਜੁੜੋ। ਪੰਜਾਬੀ ਸਾਹਿਤ ਦਾ ਭੰਡਾਰ ਬਹੁਤ ਵਿਸ਼ਾਲ ਹੈ ਤੇ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਨਵੀਆਂ ਪਿਰਤਾਂ ਪੈ ਰਹੀਆਂ ਨੇ। ਬਹੁਤ ਅੱਜ ਕੱਲ੍ਹ ਅਨੁਵਾਦ ਹੋ ਕੇ ਕਿਤਾਬਾਂ, ਵਿਦੇਸ਼ਾਂ ਦੀਆਂ ਕਿਤਾਬਾਂ ਸਾਡੇ ਕੋਲ ਆ ਰਹੀਆਂ ਨੇ। ਸਭ ਤੋਂ ਪਹਿਲਾਂ ਅਸੀਂ ਸ਼ਬਦ ਨਾਲ ਜੁੜੀਏ, ਵਿਚਾਰਧਾਰਕ ਸਮਝ ਕਲੀਅਰ ਕਰੀਏ, ਸਾਨੂੰ ਪਤਾ ਹੋਵੇ ਕਿ ਅਸੀਂ ਕਿਸ ਪਿੜ ਦੇ ਵਿੱਚ ਜਾ ਕੇ ਲੜਨਾ ਹੈ। ਤੁਹਾਡੇ ਕੋਲ ਸ਼ਬਦ ਹੋਣਗੇ, ਤੁਹਾਡੇ ਕੋਲ ਸ਼ਬਦਾਵਲੀ ਹੋਊਗੀ ਆਪਦੇ ਮਾਪਿਆਂ ਨੂੰ ਸਮਝਾਉਣ ਦੇ ਲਈ, ਤੁਹਾਡੇ ਪੱਲੇ ਕੁਛ ਹੋਊਗਾ ਤਾਂ ਤੁਸੀਂ ਤਾਂ ਹੀ ਕਿਸੇ ਨਾਲ ਲੜ ਸਕੋਗੇ। ਪਹਿਲਾ ਸਟੈਪ ਇਹੀ ਆ। ਅਮਨ, ਲੱਗਦਾ ਕਿ ਜਿਹੜੀ ਪੰਜਾਬ ਦੀ ਗਾਇਕੀ ਆ, ਬਹੁਤ ਸਾਰੇ ਨਾਮ ਕੁੜੀਆਂ ਨੂੰ ਦਿੱਤੇ ਜਾਂਦੇ ਨੇ। ਪਟੋਲਾ ਕਿਹਾ ਜਾਂਦਾ, ਪੁਰਜਾ ਕਿਹਾ ਜਾਂਦਾ, ਹੋਰ ਬਹੁਤ ਸਾਰੇ ਨਾਮਾਂ ਨਾਲ ਜਿਹੜੀਆਂ ਕੁੜੀਆਂ ਨੂੰ ਨਵਾਜਿਆ ਜਾਂਦਾ ਹੈ। ਇਹਦਾ ਅਸਰ ਮੰਨਦੇ ਹੋ ਨੌਜਵਾਨ ਪੀੜ੍ਹੀ ਦੇ ਉੱਤੇ? ਵੱਡਾ ਅਸਰ ਇਹਦਾ ਹੈਗਾ ਕਿ ਪੰਜਾਬ ਦੇ ਜਿਹੜੇ ਗੀਤ ਨੇ, ਜਿਹੜਾ ਸਾਡਾ ਸੱਭਿਆਚਾਰ ਬਣਾ ਕੇ ਰੱਖ ਦਿੱਤਾ ਗਿਆ, ਇਹਦਾ ਅਸਰ ਮੰਨਦੇ ਹੋ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਜ਼ਿੰਮੇਵਾਰ ਨੇ, ਜਾਂ ਮਾਪਿਆਂ ਦਾ ਡਰ ਇੱਕ ਵੱਡਾ ਗੀਤਾਂ ਕਰਕੇ ਹੀ ਪੈ ਰਿਹਾ? ਗਾਇਕੀ ਦਾ ਅਸਰ ਬਿਨਾਂ ਸ਼ੱਕ ਪੰਜਾਬ ਤੇ ਬਹੁਤ ਆ। ਮੈਨੂੰ ਲੱਗਦਾ ਹੁੰਦਾ ਕਿ ਹਰ ਪੰਜਾਬੀ ਜਨਮ ਤੋਂ ਗਾਇਕ ਹੈ। ਉਹ ਗੀਤਾਂ ਦੇ ਵਿੱਚ ਹੀ ਜੰਮਦਾ ਹੈ, ਗੀਤਾਂ ਦੇ ਵਿੱਚ ਹੀ ਵੱਡਾ ਹੁੰਦਾ ਤੇ ਗੀਤਾਂ ਦੇ ਵਿੱਚ ਹੀ ਮਰ ਜਾਂਦਾ ਹੈ। ਕਿਉਂਕਿ ਜੰਮਣ ਸਾਰ ਉਹਨੂੰ ਲੋਰੀਆਂ ਮਿਲਦੀਆਂ, ਵਿਆਹ ਤੇ ਉਹਦੇ ਗੀਤ ਗਾਏ ਜਾਂਦੇ ਆ ਤੇ ਮਰਨ ਤੇ ਉਹਦੇ ਵੈਣ ਪਾਏ ਜਾਂਦੇ ਆ। ਸੋ ਪੰਜਾਬੀ ਮਨ ਤੇ ਗੀਤਾਂ ਦਾ ਬਹੁਤ ਪ੍ਰਭਾਵ ਹੈ। ਤੇ ਜਿਹੜੀ ਅਜੋਕੀ ਗਾਇਕੀ ਹੈ, ਇਹਦਾ ਬਿਨਾਂ ਸ਼ੱਕ ਜਿਹੜਾ ਵਪਾਰੀਕਰਨ ਹੋ ਚੁੱਕਿਆ ਹੈ, ਕਿਉਂਕਿ ਉਹਨਾਂ ਨੂੰ ਵਿਊਜ਼ ਤੱਕ ਚੱਕਰ ਹੈ। ਉਹਨਾਂ ਨੂੰ ਇਹ ਚੱਕਰ ਨਹੀਂ ਹੈ ਕਿ ਉਹਨਾਂ ਤੁਹਾਡੇ ਗੀਤਾਂ ਦਾ ਬੱਚਿਆਂ ਦੇ ਮਨਾਂ ਤੇ ਕੀ ਅਸਰ ਪਊਗਾ। ਤਾਂ ਉਹਦੇ ਵਿੱਚ ਔਰਤ ਨੂੰ ਜਿਹੜੇ ਤੁਸੀਂ ਸ਼ਬਦ ਦੱਸੇ ਹੈ, ਇਹ ਅਕਸਰ ਹੀ ਵਰਤੇ ਜਾਂਦੇ ਆ। ਤੇ ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਪੰਜਾਬੀ ਇਸ ਗੱਲ ਨੂੰ ਬਹੁਤ ਨੋਰਮਲ ਲੈਣ ਲੱਗੇ ਆ। ਜੇਕਰ ਕੋਈ ਮੇਰੇ ਵਰਗਾ ਬੋਲਦਾ ਵੀ ਹੈ ਕਿ ਇਸ ਗੀਤ ਦੇ ਵਿੱਚ ਕੁੜੀ ਨੂੰ ਜੀ ਪਟੋਲਾ ਕਿਹਾ ਗਿਆ, ਇਹਦੇ ਵਿੱਚ ਸਾਲਾ ਸ਼ਬਦ ਵਰਤਿਆ ਗਿਆ, ਤਾਂ ਉਹਨਾਂ ਨੂੰ ਲੱਗਦਾ ਕਿ ਤੁਸੀਂ ਵਿਦਵਾਨੀ ਕਰ ਰਹੇ ਹੋ। ਮੈਨੂੰ ਲੱਗਦਾ ਕਿ ਲੋਕ ਸਾਡੇ ਇੰਨੇ ਆਤਮਸਾਤ ਹੋ ਚੁੱਕੇ ਉਹਨਾਂ ਗੀਤਾਂ ਦੇ ਨਾਲ, ਔਰ ਕਿ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਇਹ ਕੁਛ ਬੁਰੀ ਗੱਲ ਹੈ, ਇਹ ਕੁਛ ਓਪਰੀ ਗੱਲ ਹੈ, ਕਿ ਇਹ ਔਰਤ 'ਤੇ ਟਿੱਪਣੀ ਹੈ, ਇਹ ਔਰਤ ਨੂੰ ਦੁਜੈਲਾ ਦਿਖਾਉਣ ਵਾਲੀ ਗੱਲ ਹੈ। ਤਾਂ ਇੱਥੇ ਸਾਡਾ ਫਰਜ਼ ਬਣ ਜਾਂਦਾ ਹੈ ਕਿ ਅਸੀਂ ਲੀਹ ਪਛਾਣੀਏ ਕਿ ਔਰਤ ਦੇ ਸਤਿਕਾਰ ਦੇ ਵਿੱਚ ਕਿਹੜੇ ਗੀਤ ਖੜੇ ਨੇ, ਸ਼ਬਦਾਵਲੀ ਕਿਹੜੇ ਗੀਤਾਂ ਦੀ ਅਮੀਰ ਹੈ। ਕਿਉਂਕਿ ਜਿਹੜੇ ਗੀਤਾਂ ਦੀ ਗੱਲ ਹੈ, ਉਹ ਸਿਰਫ ਇੱਕ ਤਰ੍ਹਾਂ ਦੇ ਗੀਤ ਨਹੀਂ ਆ ਰਹੇ, ਬਿਨਾਂ ਸ਼ੱਕ ਬਹੁਤ ਚੰਗੇ ਗੀਤ ਵੀ ਆ ਰਹੇ ਨੇ। ਤਾਂ ਇਹ ਸਾਨੂੰ ਹੀ ਪਛਾਣਨ ਦੀ ਲੋੜ ਹੈ। ਤੇ ਇੱਥੇ ਅਧਿਆਪਕ ਵਰਗ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ, ਕਿਉਂਕਿ ਜਿੰਨਾ ਚਿਰ ਅਧਿਆਪਕਾਂ ਕੋਲ ਬੱਚਿਆਂ ਨੇ ਰਹਿਣਾ ਹੁੰਦਾ, ਉਸ ਤੋਂ ਵੱਧ ਚਿਰ ਉਹਨਾਂ ਦੇ ਹੱਥ ਵਿੱਚ ਮੋਬਾਈਲ ਹੁੰਦਾ ਹੈ। ਸੋ ਜ਼ਿਆਦਾ ਅਸਰ ਮੋਬਾਈਲ ਹੀ ਕਰੂਗਾ। ਉਹਨਾਂ ਨੂੰ ਪਰੋਸਿਆ ਪ੍ਰਸਾਇਆ ਗਿਆਨ ਆ ਰਿਹਾ, 15 ਸਕਿੰਟ ਦੀ ਜਿਹੜੀ ਵੀਡੀਓ ਹੈ, ਉਹਨਾਂ ਨੂੰ ਉਹ ਜ਼ਿਆਦਾ ਵੱਡਾ ਸੱਚ ਲੱਗਦੀ ਹੈ। ਤਾਂ ਅਧਿਆਪਕਾਂ 'ਤੇ ਇਹ ਜ਼ਿੰਮੇਵਾਰੀ ਜ਼ਿਆਦਾ ਬਣ ਜਾਂਦੀ ਹੈ ਕਿ ਕਲਾਸ ਦੇ ਵਿੱਚ ਸਿਰਫ ਸਿਲੇਬਸ ਪੜ੍ਹਾਉਣ ਦੇ ਨਾਲੋਂ ਉਹ ਬੱਚਿਆਂ ਨੂੰ ਦੱਸਣ ਕਿ ਕਿਹੜੇ ਸ਼ਬਦ ਕਿੱਥੇ ਮਾਰ ਕਰਦੇ ਨੇ, ਕਿਹੜੇ ਸ਼ਬਦ ਸਾਡੇ ਲਈ ਮਾੜੇ ਨੇ, ਕਿਹੜੇ ਸ਼ਬਦ ਜਿਹੜੇ ਆ ਔਰਤ ਨੂੰ ਦੂਜੇਲੇ ਦਰਜੇ ਦਾ ਪ੍ਰਾਣੀ ਦਰਸਾ ਰਹੇ ਨੇ। ਸੋ ਬੱਚਿਆਂ ਨੂੰ ਵੱਧ ਤੋਂ ਵੱਧ ਸਾਹਿਤ ਨਾਲ, ਚੰਗੇ ਸਾਹਿਤ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇ। ਕਿਉਂਕਿ ਮੈਂ ਇਹ ਨਹੀਂ ਕਹਿੰਦੀ ਕਿ ਬੱਚਿਆਂ ਦੇ ਹੱਥ 'ਚੋਂ ਮੋਬਾਈਲ ਖੋਹ ਰਹੇ ਜਾਣ, ਕਿਉਂਕਿ ਇਹ ਤਾਂ ਅੱਜ ਦੇ ਯੁੱਗ ਦੀ ਮਜਬੂਰੀ ਬਣ ਚੁੱਕੀ ਹੈ। ਜਿਵੇਂ ਪਿਛਲੇ ਕਰੋਨਾ ਕਾਲ ਦੇ ਵਿੱਚ ਪਹਿਲਾਂ ਤਾਂ ਮਾਪਿਆਂ ਕੋਲੇ ਬਹਾਨਾ ਸੀ ਕਿ ਅਸੀਂ ਨਹੀਂ ਇਹਨਾਂ ਨੂੰ ਮੋਬਾਈਲ ਲੈ ਕੇ ਦੇਣੇ, ਤਾਂ ਜਦੋਂ ਕਲਾਸਾਂ ਹੀ ਆਨਲਾਈਨ ਲਾਉਣੀਆਂ ਪੈ ਗਈਆਂ ਤਾਂ ਬੱਚਿਆਂ ਦੇ ਹੱਥ ਵਿੱਚ ਮੋਬਾਈਲ ਆ ਗਏ। ਅਸੀਂ ਟੈਕਨੋਲੋਜੀ ਨੂੰ ਖੋਹ ਨਹੀਂ ਸਕਦੇ। ਮੈਨੂੰ ਲੱਗਦਾ ਹੁੰਦਾ ਕਿ ਸੱਭਿਆਚਾਰਕ ਪਛੜੇਵਾਂ ਸਾਡੇ ਵਿੱਚ ਬਹੁਤ ਜ਼ਿਆਦਾ ਹੈ ਕਿ ਸਾਡੇ ਅੱਜ ਟੈਕਨੋਲੋਜੀ ਜਿਹੜੀ ਆ ਉਹ ਜ਼ਿਆਦਾ ਐਡਵਾਂਸ ਆ ਚੁੱਕੀ ਹੈ, ਲੇਕਿਨ ਮਨ ਸਾਡੇ ਹਜੇ ਉੱਥੇ ਪਿੱਛੇ ਖੜੇ ਆ। ਤਾਂ ਇਸ ਕਰਕੇ ਬਹੁਤ ਇਨਬੈਲੈਂਸ ਜਿਹੜਾ ਸਾਡੀ ਸੁਸਾਇਟੀ ਦੇ ਵਿੱਚ ਹੋ ਰਿਹਾ ਹੈ। ਤਾਂ ਇਹ ਇਨਬੈਲੈਂਸ ਨੂੰ ਬੈਲੈਂਸ ਕਰਨ ਦਾ ਕੰਮ ਅਧਿਆਪਕ ਸਭ ਤੋਂ ਵੱਧ ਕਰ ਸਕਦੇ ਨੇ। ਉਹਨਾਂ ਨੂੰ ਸਿਰਫ ਸਿਲੇਬਸ ਨੂੰ ਛੱਡ ਕੇ ਬੱਚਿਆਂ ਨੂੰ ਸਮਾਜਿਕ ਗੱਲਾਂ, ਸਮਾਜਿਕ ਪ੍ਰਭਾਵ ਜਿਹੜੇ ਗੀਤਾਂ ਦੇ ਨੇ ਉਹ ਉਹਨਾਂ ਨੂੰ ਦੱਸਣੇ ਪੈਣਗੇ। ਕਿਉਂਕਿ ਬੱਚੇ ਜਿਹੜੇ ਹੈ ਉਹ ਅੱਜ ਕੱਲ੍ਹ ਸਬਰ ਨਾਲ ਨਹੀਂ ਸਿੱਖ ਰਹੇ। ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ 15 ਸਕਿੰਟ ਦੀ ਵੀਡੀਓ ਉਹਨਾਂ ਨੂੰ ਜ਼ਿਆਦਾ ਕੁਝ ਸਿਖਾ ਜਾਂਦੀ ਹੈ ਜਾਂ ਜ਼ਿਆਦਾ ਅਸਰ ਕਰ ਜਾਂਦੀ ਹੈ। ਤਾਂ ਇਹ ਅਧਿਆਪਕ ਵਰਗ 'ਤੇ ਹੀ ਮੈਂ ਜ਼ਿੰਮੇਵਾਰੀ ਪਾਊਂਗੀ ਕਿ ਤੁਸੀਂ ਉਹਨਾਂ ਨੂੰ ਦੱਸੋ। ਅਮਨਦੀਪ, ਜਦੋਂ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ, ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦਾ ਹੋਇਆ ਕਦੇ ਫੇਸਬੁੱਕ ਦੇ ਉੱਤੇ ਇਸ ਤਰ੍ਹਾਂ ਦੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ ਹੋਵੇ ਤੁਹਾਨੂੰ ਕਿ ਜਿਹੜਾ ਬਹੁਤ ਬੁਰਾ ਲੱਗਿਆ ਹੋਵੇ? ਇਸ ਤਰ੍ਹਾਂ ਦਾ ਹੁੰਦਾ ਕਦੇ? ਫੇਸਬੁੱਕ 'ਤੇ ਅਕਸਰ ਹੁੰਦਾ ਇਸ ਤਰ੍ਹਾਂ? ਬਿਲਕੁਲ ਜੀ, ਕਿਉਂਕਿ ਸੋਸ਼ਲ ਮੀਡੀਆ 'ਤੇ ਤਾਂ ਹਰ ਤਰ੍ਹਾਂ ਦੇ ਲੋਕ ਬੈਠੇ ਨੇ। ਵੈਸੇ ਮੈਨੂੰ ਲੱਗਦਾ ਹੁੰਦਾ ਹੈ ਕਿ ਲੋਕ ਆਪਦੀ ਅਕਲ ਦਾ ਜਨਾਜ਼ਾ ਆਪ ਹੀ ਕੱਢਦੇ ਨੇ। ਇਸ ਤਰ੍ਹਾਂ ਦੀਆਂ ਟਿੱਪਣੀਆਂ ਬਹੁਤ ਲੋਕ ਕਰਦੇ ਰਹਿੰਦੇ ਨੇ। ਜਦੋਂ ਅਸੀਂ ਔਰਤਾਂ ਦੇ ਹੱਕ ਦੀ ਵੀ ਗੱਲ ਕਰੀਏ, ਜਾਂ ਪਿੱਛੇ ਜੇ ਜੋ ਕੱਪੜਿਆਂ ਨੂੰ ਲੈ ਕੇ ਮਸਲਾ ਉੱਠਿਆ ਸੀ, ਉਦੋਂ ਵੀ ਲੋਕਾਂ ਦੀਆਂ ਟਿੱਪਣੀਆਂ ਦੇਖਣ ਵਾਲੀਆਂ ਸੀ। ਉਹੀ ਲੋਕ ਜੋ ਦਾਅਵਾ ਕਰਦੇ ਕਿ ਅਸੀਂ ਔਰਤ ਦਾ ਸਤਿਕਾਰ ਕਰਦੇ ਹਾਂ, ਉਹੀ ਲੋਕ ਜੋ ਦਾਅਵਾ ਕਰਦੇ ਆ ਕਿ ਅਸੀਂ ਸਿੱਖ ਧਰਮ ਦੇ ਅਨੁਯਾਈ ਹਾਂ। ਉਹ ਐਡਾ ਵੱਡਾ ਧਰਮ, ਐਡਾ ਵੱਡਾ ਇਨਕਲਾਬ ਸੀਗਾ ਉਹ ਭਾਰਤੀ
ਪੰਜਾਬ ਦੇ ਵਿੱਚ ਪਣਪਿਆ ਇੱਥੇ ਪੈਦਾ ਹੋਇਆ, ਜਿਸ ਦੇ ਗੁਰੂ ਨੇ ਕਿਹਾ ਕਿ ਸੋ ਕਿਉਂ ਮੰਦਾ ਆਖੀਏ, ਉਹੀ ਲੋਕ ਔਰਤ ਦੀ ਆਜ਼ਾਦੀ ਦੇ ਮਸਲੇ ਤੇ ਗਾਲਾਂ ਕੱਢ ਕੇ ਆਪਦੇ ਤਰਕ ਦਿੰਦੇ ਨੇ। ਸੋ ਇਹਨਾਂ ਲੋਕਾਂ ਨੂੰ ਤਾਂ ਮੈਨੂੰ ਲੱਗਦਾ ਕਿ ਚਰਚਾ ਦਾ ਵਿਸ਼ਾ ਵੀ ਨਹੀਂ ਬਣਾਉਣਾ ਚਾਹੀਦਾ, ਕਿਉਂਕਿ ਸਭ ਫੇਕ ਆਈਡੀਆਂ ਵਾਲੇ ਨੇ। ਸੋ ਇਹਨਾਂ ਦੇ ਵਿੱਚ ਜੇ ਤਾਕਤ ਹੋਵੇ ਤੇ ਆਪਦੀ ਅਸਲੀ ਤਸਵੀਰ ਲਾ ਕੇ ਹੀ ਇਹ ਗੱਲ ਕਰ ਸਕਦੇ ਆ। ਆਪਾਂ ਸੋਸ਼ਲ ਮੀਡੀਆ ਦੀ ਵੀ ਅਮਨ ਗੱਲ ਕੀਤੀ ਆ ਔਰ ਕਿਤਾਬਾਂ ਦੀ ਵੀ ਗੱਲ ਕਰ ਰਹੇ ਹਾਂ। ਦੋਨੋਂ ਜੇ ਆਪਾਂ ਸੋਸ਼ਲ ਮੀਡੀਆ ਦੀ ਜਾਣਕਾਰੀ ਔਰ ਕਿਤਾਬਾਂ ਦੀ ਜਾਣਕਾਰੀ 'ਚ ਕੀ ਫਰਕ ਦੇਖਦੇ ਹੋ? ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸੋਸ਼ਲ ਮੀਡੀਆ ਜਿਹੜਾ ਹੈ ਉਹ ਪੱਕਿਆ ਪਕਾਇਆ ਗਿਆਨ ਸਾਡੇ ਸਾਹਮਣੇ ਲਿਆ ਕੇ ਪਰੋਸ ਦਿੰਦਾ ਹੈ। ਜਿਵੇਂ ਕਿ ਇੱਕ ਤਲੇ ਹੋਏ ਭੋਜਨ ਤੇ ਇੱਕ ਉਬਾਲੇ ਹੋਏ ਭਾਫ ਨਾਲ ਬਣਾਏ ਹੋਏ ਭੋਜਨ ਦੇ ਵਿੱਚ ਫਰਕ ਹੁੰਦਾ, ਉਵੇਂ ਹੀ ਸੋਸ਼ਲ ਮੀਡੀਆ ਵਾਲੇ ਗਿਆਨ ਤੇ ਕਿਤਾਬਾਂ ਵਾਲੇ ਗਿਆਨ ਦੇ ਵਿੱਚ ਫਰਕ ਹੈ। ਕਿਉਂਕਿ ਕਿਤਾਬਾਂ ਦੇ ਵਿੱਚੋਂ ਰਿੜਕ ਕੇ ਹੌਲੀ ਹੌਲੀ ਮੱਖਣ ਤੁਸੀਂ ਆਪ ਕੱਢਣਾ ਹੁੰਦਾ, ਤੇ ਸੋਸ਼ਲ ਮੀਡੀਆ ਤੁਹਾਨੂੰ 15 ਸਕਿੰਟ ਦੀ ਵੀਡੀਓ ਦੇ ਵਿੱਚ ਦੱਸ ਦਿੰਦਾ ਕਿ ਦੁਨੀਆ ਦਾ ਅੰਤਮ ਸੱਚ ਇਹੀ ਹੈ। ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਹੜੀ ਜਾਣਕਾਰੀ ਖਤਰਨਾਕ ਹੋਊਗੀ, ਕਿਉਂਕਿ ਕਿਤਾਬਾਂ ਸਾਨੂੰ ਸਵੈ ਅਧਿਐਨ ਨਾਲ ਜੋੜਦੀਆਂ। ਕਿਤਾਬ ਸਾਡੇ ਤੇ ਲੰਮੇ ਸਮੇਂ ਦਾ ਅਸਰ ਛੱਡਦੀ, ਕਿਉਂਕਿ ਕਿਤਾਬ ਨੂੰ ਪੜ੍ਹਨ ਦੇ ਲਈ ਲੰਮਾ ਸਮਾਂ ਹੀ ਚਾਹੀਦਾ। ਇੱਕ ਨਾਵਲ ਤੁਸੀਂ 3-4 ਦਿਨ ਦੇ ਵਿੱਚ ਰਿੜਕ ਕੇ ਨਿਬੇੜੋਗੇ ਤੇ ਉਹਦੇ ਵਿੱਚੋਂ ਕੁਝ ਕੱਢੋਗੇ, ਲੇਕਿਨ ਜਿਹੜਾ ਸੋਸ਼ਲ ਮੀਡੀਆ ਹੈ ਉਹ ਤੁਹਾਨੂੰ ਇੱਕੋ ਹੀ ਮਸਲੇ ਤੇ 3-4 ਤਰ੍ਹਾਂ ਦੇ ਤੱਟ-ਫੱਟ ਵੀਡੀਓ ਦੇ ਕੇ ਤੁਹਾਡੇ ਮਨ ਨੂੰ ਭਟਕਾ ਸਕਦੇ ਆ। ਸੋ ਹੁਣ ਇਹ ਤੁਹਾਡੇ ਤੇ ਹੈ ਕਿ ਤੁਸੀਂ ਤਲੇ ਹੋਏ ਸਮੋਸੇ ਖਾਣੇ ਆ ਜਾਂ ਫਿਰ ਹੌਲੀ ਰਿੜਕਿਆ ਹੋਇਆ ਮੱਖਣ ਖਾਣਾ। ਅਮਨ, ਕਿਤਾਬਾਂ ਦੀ ਗੱਲ ਕੀਤੀ ਹੈ, ਤੁਹਾਡੇ ਮੁਤਾਬਕ ਜਿਹੜੀਆਂ ਹਾਲੇ ਤੱਕ ਕੁੜੀਆਂ ਨੇ ਕਿਤਾਬ ਚੱਕੀ ਤੱਕ ਵੀ ਨਹੀਂ ਹੈਗੀ, ਉਹਨਾਂ ਨੂੰ ਕਿੱਥੋਂ ਸ਼ੁਰੂ ਕਰਨਾ ਚਾਹੀਦਾ? ਉਹ ਕਿਹੜੀਆਂ ਕਿਤਾਬਾਂ ਨੇ ਜਿੱਥੋਂ ਲੱਗਦਾ ਕਿ ਬਹੁਤ ਸਾਰਾ ਗਿਆਨ ਵੀ ਆ ਔਰ ਬਹੁਤ ਸਾਰੀ ਸਮਝ ਜਿਹੜੀ ਬਣੇ ਉਹਨਾਂ ਦੀ? ਮੈਨੂੰ ਲੱਗਦਾ ਕਿ ਕਿਤਾਬ ਅੱਜ ਦੇ ਜ਼ਮਾਨੇ ਦਾ ਬਹੁਤ ਜ਼ਰੂਰੀ, ਅੱਜ ਦੇ ਜ਼ਮਾਨੇ ਦੀ ਬਹੁਤ ਜ਼ਰੂਰੀ ਤੇ ਫੌਰੀ ਲੋੜ ਹੈ ਪੰਜਾਬੀ ਨੌਜਵਾਨਾਂ ਲਈ, ਪੰਜਾਬੀ ਨੌਜਵਾਨ ਕੁੜੀਆਂ ਦੇ ਲਈ ਖਾਸ ਕਰਕੇ। ਜਿਨ੍ਹਾਂ ਨੇ ਅਜੇ ਤੱਕ ਵੀ ਕਿਤਾਬ ਨਹੀਂ ਚੱਕੀ, ਮੈਨੂੰ ਲੱਗਦਾ ਕਿ ਸਭ ਤੋਂ ਪਹਿਲੀ ਸਲਾਹ ਤਾਂ ਉਹਨਾਂ ਨੂੰ ਇਹੀ ਹੈ ਕਿ ਚੱਕ ਲੈਣੀ ਚਾਹੀਦੀ ਹੈ ਸਾਨੂੰ। ਅਸੀਂ ਸ਼ਬਦ ਗੁਰੂ ਦੇ ਨਾਲ ਜੁੜੇ ਹੋਏ ਹਾਂ, ਸ਼ਬਦ ਗੁਰੂ ਨੂੰ ਮੱਥਾ ਟੇਕਦੇ ਹਾਂ, ਤਾਂ ਸ਼ਬਦ ਦਾ ਪੰਜਾਬੀ ਸੱਭਿਆਚਾਰ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ। ਸਾਨੂੰ ਸ਼ਬਦ ਨਹੀਂ ਬਣਾਇਆ ਹੋਇਆ, ਅਸੀਂ ਅੱਜ ਤੱਕ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਗੱਲ ਨੂੰ ਮੰਨਦੇ ਆ ਰਹੇ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤਾਂ ਉਹ ਗ੍ਰੰਥ ਸ਼ਬਦਾਂ ਦਾ ਹੀ ਭੰਡਾਰ ਹੈ। ਤਾਂ ਸਾਨੂੰ ਜਿੰਨੀ ਜਲਦੀ ਹੋਵੇ ਕਿਤਾਬਾਂ ਦੇ ਨਾਲ ਜੁੜ ਜਾਣਾ ਚਾਹੀਦਾ ਹੈ। ਉਹ ਚਾਹੇ ਅੰਗਰੇਜ਼ੀ ਸਾਹਿਤ ਹੈ ਚਾਹੇ ਪੰਜਾਬੀ ਸਾਹਿਤ ਹੈ, ਤੁਸੀਂ ਦੋਨਾਂ ਚੋਂ ਕਿਸੇ ਨਾਲ ਵੀ ਸ਼ੁਰੂਆਤ ਕਰ ਸਕਦੇ ਹੋ, ਪਰ ਇੱਕ ਸਲਾਹ ਰਹੂਗੀ ਕਿ ਪੰਜਾਬੀ ਤੁਹਾਡੀ ਮਾਂ ਬੋਲੀ ਹੈ, ਇਸ ਦਾ ਸਾਹਿਤ ਵੀ ਬਹੁਤ ਅਮੀਰ ਹੈ। ਇਸ ਨੂੰ ਛੱਡੇ ਬਿਨਾ ਤੁਸੀਂ ਇਸ ਨੂੰ ਛੱਡ ਕੇ ਤੁਸੀਂ ਹੋਰ ਸਾਹਿਤ ਨਾਲ ਨਾ ਜੁੜੋ। ਹੋਰ ਸਾਹਿਤ ਨਾਲ ਜੁੜਨਾ ਹੈ ਤਾਂ ਬੇਸ਼ੱਕ ਜੁੜ ਸਕਦੇ ਹੋ। ਸ਼ੁਰੂਆਤ ਤੁਸੀਂ ਨਾਨਕ ਸਿੰਘ ਦੇ ਨਾਵਲਾਂ ਤੋਂ ਕਰ ਸਕਦੇ ਹੋ, ਜਸਵੰਤ ਸਿੰਘ ਕੰਵਲ ਦੇ ਨਾਵਲਾਂ ਤੋਂ ਕਰ ਸਕਦੇ ਹੋ, ਜਾਂ ਨਵੇਂ ਮੁੰਡੇ ਕੁੜੀਆਂ ਜਿਹੜੇ ਸਾਹਿਤ ਦੇ ਖੇਤਰ ਦੇ ਵਿੱਚ ਆ ਰਹੇ ਆ, ਜਿਹੜੇ ਕਿ ਤੁਹਾਡੇ ਜ਼ਮਾਨੇ ਦੀ ਭਾਸ਼ਾ ਲਿਖ ਰਹੇ, ਜਿਨ੍ਹਾਂ 'ਚ ਮੈਂ ਨਾਮ ਲਵਾਂਗੀ ਪ੍ਰਗਟ ਸਿੰਘ ਸਤੌਜ ਹੋਰਾਂ ਦਾ। ਉਹਨਾਂ ਨੇ ਨਵਾਂ ਨਾਵਲ ਲਿਖਿਆ ਮੁਹੱਬਤ ਵੇਲਾ, ਉਹਨਾਂ 'ਤੇ ਸਪੈਸ਼ਲ ਇੱਕ ਲਾਈਨ ਇਹੀ ਲਿਖੀ ਵੀ ਹੈ ਕਿ ਉਹਨਾਂ ਲੋਕਾਂ ਨੂੰ ਸਮਰਪਿਤ ਹੈ ਜਿਹੜੇ ਕਹਿੰਦੇ ਕਿ ਸਾਡੇ ਵਰਗੀਆਂ ਗੱਲਾਂ ਤਾਂ ਹੁੰਦੀਆਂ ਹੀ ਨਹੀਂ ਨਾਵਲਾਂ ਦੇ ਵਿੱਚ। ਅਮਨਦੀਪ, ਤੁਸੀਂ ਲਗਾਤਾਰ 26 ਤੋਂ ਬਾਅਦ ਉੱਥੇ ਦਿੱਲੀ ਰੁਕਦੇ ਹੋ, ਦਿੱਲੀ ਕਿਸਾਨੀ ਮੂਵਮੈਂਟ ਦੇ ਵਿੱਚ ਲਗਾਤਾਰ ਤੁਹਾਡਾ ਯੋਗਦਾਨ ਰਿਹਾ। ਤੁਹਾਨੂੰ ਕੀ ਲੱਗਦਾ ਪੀਸਫੁਲੀ ਮੂਵਮੈਂਟ ਸੀ ਉਹ? ਜੇ ਆਪਾਂ ਪੂਰੀ ਦੁਨੀਆ ਵਰਲਡ ਲੈਵਲ 'ਤੇ ਵੀ ਦੇਖਿਆ ਗਿਆ ਕਿ ਬਹੁਤ ਸ਼ਾਂਤਮਈ ਉਹ ਅੰਦੋਲਨ ਸੀ ਜਿਹੜਾ ਚੱਲ ਰਿਹਾ, ਉੱਥੇ ਤਾਂ ਨਹੀਂ ਇਸ ਤਰ੍ਹਾਂ ਦਾ ਕਦੇ ਸਾਹਮਣਾ ਕਰਨਾ ਪਿਆ ਹੋ ਕਿ ਇੱਕ ਔਰਤਾਂ ਨੂੰ ਜਿਹੜਾ ਕਿਸਾਨੀ ਸੰਘਰਸ਼ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਉੱਥੇ ਸਾਹਮਣਾ ਕਰਨਾ ਪਿਆ ਕਿ ਜਿੱਥੇ ਲੱਗਿਆ ਹੋਵੇ ਇੱਥੇ ਹੀ ਬਹੁਤ ਸਾਰੇ ਲੋਕ ਉਹ ਸ਼ਾਮਲ ਹੋ ਰਹੇ ਨੇ ਜਿਹੜੇ ਨਹੀਂ ਸ਼ਾਮਲ ਹੋਣੇ ਚਾਹੀਦੇ ਸੀ? ਬਿਨਾਂ ਸ਼ੱਕ ਮੈਂ ਅਜਿਹੀ ਕੋਈ ਸਫਾਈ ਨਹੀਂ ਦੇਵਾਂਗੀ ਕਿ ਕਿਸਾਨੀ ਮੂਵਮੈਂਟ ਦੇ ਵਿੱਚ ਸਭ ਚੰਗੇ ਲੋਕ ਹੀ ਪਹੁੰਚੇ ਹੋਏ ਸੀ, ਕਿਉਂਕਿ ਮੂਵਮੈਂਟ ਨੇ ਸਾਨੂੰ ਜੋੜਿਆ ਸੀ। ਇੱਕ ਕਾਰਨ ਸੀ ਸਾਡੇ ਕੋਲੇ ਕਿ ਸਾਡੀ ਖੇਤੀ ਖੁੱਸ ਰਹੀ ਹੈ, ਸਾਡੀਆਂ ਜ਼ਮੀਨਾਂ ਖੁੱਸ ਰਹੀਆਂ, ਤਾਂ ਉੱਥੇ ਸਾਰੇ ਤਰ੍ਹਾਂ ਦੇ ਲੋਕ ਇਕੱਠੇ ਹੋਏ ਸੀਗੇ। ਤਾਂ ਜਿਵੇਂ ਤੁਸੀਂ ਔਰਤ ਦੇ ਪੱਖ ਤੋਂ ਸਵਾਲ ਪੁੱਛ ਅਮਨ, ਦਿੱਲੀ ਦੀ ਜਦੋਂ ਗੱਲ ਕਰਦੇ ਹਾਂ ਤਾਂ ਜੇ ਕਹਿ ਲਈਏ ਕਿ ਇੱਕ ਦੁਨੀਆ ਦੇ ਵਿੱਚ ਇੱਕ ਤਸਵੀਰ ਹੈ ਬਣੀ ਆ ਕਿਸਾਨੀ ਮੂਵਮੈਂਟ ਦੀ ਕਿ ਬੜਾ ਪੀਸਫੁਲੀ ਆ ਔਰ ਬੜੀ ਸ਼ਾਂਤੀ ਦੇ ਨਾਲ ਉੱਥੇ ਲੋਕ ਆਪਣੀਆਂ ਹੱਕੀ ਮੰਗਾਂ ਨੇ ਜਿਹੜੀਆਂ ਉਹ ਮਨਵਾਉਣ ਦੇ ਲਈ ਬੈਠੇ ਹੋਏ ਨੇ। ਜੇ ਔਰਤਾਂ ਦੀ ਗੱਲ ਕਰ ਲਵਾਂ, ਬਹੁਤ ਸਾਰੀਆਂ ਔਰਤਾਂ ਵੀ ਉੱਥੇ ਸ਼ਾਮਲ ਹੁੰਦੀਆਂ ਨੇ। ਤੁਹਾਨੂੰ ਇਸ ਤਰ੍ਹਾਂ ਦਾ ਤਾਂ ਨਹੀਂ ਉੱਥੇ ਕੋਈ ਸਾਹਮਣਾ ਕਰਨਾ ਪਿਆ ਜਿੱਥੇ ਲੱਗਿਆ ਹੋਵੇ ਕਿ ਮਨ ਨੂੰ ਵੀ ਠੀਕ ਨਾ ਲੱਗਿਆ ਹੋਵੇ, ਜਾਂ ਇਸ ਤਰ੍ਹਾਂ ਦੀ ਪਰੇਸ਼ਾਨੀ ਜਿਹੜੀ ਕਿ ਔਰਤਾਂ ਨੂੰ ਨਹੀਂ ਹੋਣੀ ਚਾਹੀਦੀ ਸੀ, ਇਸ ਤਰ੍ਹਾਂ ਦਾ ਕੁਝ ਹੋਇਆ ਉੱਥੇ? ਕਿਸਾਨੀ ਦਾ ਮਸਲਾ ਜਿਹੜਾ ਉਹ ਸਭ ਦਾ ਸਾਂਝਾ ਮਸਲਾ ਸੀ। ਉੱਥੇ ਹਰ ਵਰਗ ਦੇ ਲੋਕ ਪਹੁੰਚੇ, ਹਰ ਜਮਾਤ ਦੇ ਲੋਕ ਪਹੁੰਚੇ ਹੈ, ਤੇ ਬਿਲਕੁਲ ਅਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਲੋਕਾਂ ਦਾ ਮਸਲਾ ਜ਼ਰੂਰ ਇੱਕ ਸੀ ਕਿ ਉਹ ਖੇਤੀ ਦੇ ਮਸਲੇ 'ਤੇ ਉੱਥੇ ਲੜ ਰਹੇ ਸੀ, ਲੇਕਿਨ ਮਾਨਸਿਕਤਾ ਉਹੀ ਪੁਰਾਣੀ ਆਪਦੇ ਨਾਲ ਲੈ ਕੇ ਗਏ ਸੀ। ਜਿਵੇਂ ਕਿ ਛੋਟੀ ਜਿਹੀ ਉਦਾਹਰਨ ਹੈ ਕਿ ਉੱਥੇ ਜਿਹੜੇ ਨਾਅਰੇ ਲੱਗ ਰਹੇ ਸੀ ਉਹ ਮੋਦੀ ਨੂੰ ਸਾਲਾ ਕਹਿਣ ਵਾਲੇ ਨਾਅਰੇ ਸੀ ਕਿ ਅਸੀਂ ਮੋਦੀ ਦੇ ਪ੍ਰਾਹੁਣੇ ਆ, ਜਾਂ ਕੁਝ ਲੋਕਾਂ ਨੇ ਉੱਥੇ ਸਿਹਰੇ ਬੰਨ੍ਹ ਕੇ ਜਾਣ ਦੀ ਵੀ ਕੋਸ਼ਿਸ਼ ਕੀਤੀ ਹੈ। ਉਹ ਆਪਦੇ ਆਪ ਨੂੰ ਵੱਖਰਾ ਦਰਸਾ ਰਹੇ ਸੀਗੇ ਕਿ ਇਸ ਤਰ੍ਹਾਂ ਕਰਕੇ ਉਹ ਜ਼ਿਆਦਾ ਵਿਰੋਧ ਕਰ ਸਕਦੇ ਆ। ਅਮਨਦੀਪ, ਦਿੱਲੀ ਲਗਾਤਾਰ ਤੁਸੀਂ ਕਿਸਾਨ ਮੂਵਮੈਂਟ ਦੇ ਵਿੱਚ ਰਹੇ ਹੋ, ਕਿਸਾਨ ਅੰਦੋਲਨ ਦੇ ਵਿੱਚ ਲਗਾਤਾਰ ਤੁਹਾਡੀ ਹਾਜ਼ਰੀ ਰਹੀ ਹੈ।
ਔਰ ਜਦੋਂ ਉਸ ਟਾਈਮ ਦੇ ਉੱਥੇ ਵਿਚਰਦੇ ਸੀ ਜਾਂ ਤੁਹਾਡਾ ਪ੍ਰੋਗਰਾਮ ਤੁਸੀਂ ਇੱਕ ਗੀਤਾਂ ਦੇ ਰਾਹੀਂ ਲੋਕਾਂ ਨੂੰ ਜਿਹੜਾ ਮੈਂ ਕਹਿ ਲਵਾਂ ਕਿ ਆਪਣਾ ਯੋਗਦਾਨ ਪਾ ਰਹੇ ਸੀ, ਉਦੋਂ ਇਸ ਤਰ੍ਹਾਂ ਦਾ ਤਾਂ ਨਹੀਂ ਹੋਇਆ ਕਿ ਤੁਹਾਨੂੰ ਉੱਥੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ? ਵੀ ਇੱਕ ਔਰਤ ਦੇ ਪੱਖ ਤੋਂ ਗੱਲ ਕਰ ਰਿਹਾ ਮੈਂ, ਇਸ ਤਰ੍ਹਾਂ ਦਾ ਕੁਝ ਵਾਪਰਿਆ ਤੁਹਾਡੇ ਨਾਲ? ਕਿਸਾਨੀ ਸੰਘਰਸ਼ ਭਾਰਤ ਦੇ ਇਤਿਹਾਸ ਦੇ ਵਿੱਚ ਅਜਿਹਾ ਸੰਘਰਸ਼ ਸੀ ਜਿਹੜਾ ਪੂਰੇ ਭਾਰਤ ਦਾ ਸੀ ਤੇ ਮਸਲਾ ਕਿਸਾਨੀ ਦਾ ਸੀ। ਮਸਲਾ ਜ਼ਰੂਰ ਇੱਕ ਸੀ, ਲੇਕਿਨ ਵੱਖ-ਵੱਖ ਮਾਨਸਿਕਤਾ ਵਾਲੇ ਲੋਕ ਉੱਥੇ ਪਹੁੰਚੇ ਹੋਏ ਸੀ। ਜਿਵੇਂ ਕਿ ਤੁਹਾਡਾ ਸਵਾਲ ਹੈ, ਬਿਲਕੁਲ ਅਜਿਹੇ ਲੋਕ ਸੀਗੇ, ਬਿਲਕੁਲ ਔਰਤਾਂ ਨੂੰ ਅਜਿਹੀਆਂ ਪਰੇਸ਼ਾਨੀਆਂ ਦਾ ਵੀ ਉੱਥੇ ਸਾਹਮਣਾ ਕਰਨਾ ਪਿਆ ਹੈ। ਹੁਣ ਵੀ ਔਰਤਾਂ ਉੱਥੇ ਜਾਂਦੀਆਂ ਨੇ, ਹੁਣ ਵੀ ਅਜਿਹੀ ਮਾਨਸਿਕਤਾ ਵਾਲੇ ਲੋਕ ਉੱਥੇ ਬੈਠੇ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜਿਵੇਂ ਛੋਟੀ ਜਿਹੀ ਉਦਾਹਰਣ ਹੈ ਕਿ ਉੱਥੇ ਲੋਕਾਂ ਦੇ ਨਾਅਰੇ ਸੀਗੇ ਕਿ ਮੋਦੀ ਤੇਰੇ ਸਾਲੇ ਆ ਗਏ, ਮੋਦੀ ਤੇਰੇ ਪ੍ਰਾਹੁਣੇ ਆ ਗਏ, ਸਾਡੀ ਲੜਾਈ ਮੋਦੀ ਨਾਲ ਹੈ। ਤਾਂ ਉੱਥੇ ਸਾਡਾ ਸਵਾਲ ਸੀ ਕਿ ਉੱਥੇ ਮੋਦੀ ਦੀ ਭੈਣ ਦਾ ਕੀ ਕਸੂਰ ਹੈ? ਤਾਂ ਉੱਥੇ ਅਸੀਂ ਸਟੇਜ ਤੇ ਵੀ ਇਹ ਗੱਲ ਬੋਲੀ ਸੀ ਕਿ ਅਸੀਂ ਆਪਦੇ ਆਪ ਨੂੰ ਉਹਨਾਂ ਗੁਰੂਆਂ ਦੇ ਵਾਰਸ ਕਹਾਉਂਦੇ ਆ, ਉਹਨਾਂ ਸਿੰਘਾਂ ਦੇ ਵਾਰਸ ਕਹਾਉਂਦੇ ਆ ਕਿ ਜਿਨ੍ਹਾਂ ਨੇ ਲੋਕਾਂ ਦੀਆਂ ਕੁੜੀਆਂ ਦੀਆਂ ਇੱਜ਼ਤਾਂ ਬਚਾਈਆਂ, ਉਹਨਾਂ ਦੀਆਂ ਇੱਜ਼ਤਾਂ ਨੂੰ ਸਾਂਭਿਆ ਜਦੋਂ ਹਮਲਾਵਰ ਉਹਨਾਂ ਦੀਆਂ ਇੱਜ਼ਤਾਂ ਨੂੰ ਲੁੱਟ ਰਹੇ ਸੀ, ਚਾਹੇ ਦੁਸ਼ਮਣ ਦੀ ਧੀ ਭੈਣ ਸੀ। ਅਜਿਹੀਆਂ ਉਦਾਹਰਨਾਂ ਦੇ ਕੇ ਅਸੀਂ ਸਟੇਜ ਤੋਂ ਵੀ ਆਪਦੀ ਗੱਲ ਰੱਖੀ। ਗੀਤ ਸੰਗੀਤ ਵਾਲਾ ਜਿਹੜਾ ਸੀ ਡਫਲੀ ਦੇ ਨਾਲ ਪ੍ਰੋਗਰਾਮ, ਉੱਥੇ ਵੱਖ-ਵੱਖ ਟਰਾਲੀ ਟੂ ਟਰਾਲੀ ਜਾ ਕੇ ਕਰਦੇ ਰਹੇ ਹਾਂ, ਉੱਥੇ ਵੀ ਲੋਕਾਂ ਨਾਲ ਇਹ ਗੱਲ ਰੱਖੀ ਕਿ ਸਾਡੀ ਲੜਾਈ ਮੋਦੀ ਦੇ ਨਾਲ ਹੈ, ਉਹਨਾਂ ਦੇ ਘਰ ਦੀਆਂ ਔਰਤਾਂ ਨਾਲ ਸਾਡੀ ਕੋਈ ਲੜਾਈ ਨਹੀਂ। ਤੇ ਦੂਜੀ ਗੱਲ, ਆਮ ਲੋਕ ਉੱਥੇ ਬਹੁਤ ਅਜਿਹੇ ਪਹੁੰਚੇ ਹੋਏ ਸੀ, ਤਾਂ ਜਿਹੜੀ ਔਰਤ ਆਪਦੇ ਹੱਕ ਲੈਣ ਦੇ ਲਈ, ਸਾਡੀ ਆਰਥਿਕਤਾ ਦਾ ਮਸਲਾ ਸੀ, ਉਹ ਉੱਥੇ ਪਹੁੰਚ ਜਾਂਦੀ। ਤੇ ਮੈਨੂੰ ਲੱਗਦਾ ਇੰਨੇ ਗਟਸ ਉਹਦੇ ਵਿੱਚ ਆ ਜਾਂਦੇ ਆ ਕਿ ਉਹ ਨਿੱਕੇ ਮੋਟੇ ਜਿਹੜੇ ਉਹਨੂੰ ਹਰਾਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਲੋਕ, ਜਿਹੜੇ ਉਸਨੂੰ ਮਾਨਸਿਕ ਤੌਰ ਤੇ ਡੇਗਣ ਦੀ ਕੋਸ਼ਿਸ਼ ਕਰ ਰਹੇ ਆ, ਜਿਹੜੇ ਉਹਦੇ ਸਰੀਰ ਤੇ ਟਿੱਪਣੀ ਕਰ ਰਹੇ ਆ, ਉਹਨਾਂ ਨੂੰ ਵੀ ਮੂੰਹ ਤੋੜੋ ਜਵਾਬ ਦੇਣ ਦੀ ਤਾਕਤ ਉਹਦੇ ਵਿੱਚ ਆ ਜਾਂਦੀ। ਜਦੋਂ ਸਟੇਜ ਤੇ ਬੋਲ ਸਕਦੀ ਹੈ ਤਾਂ ਫਿਰ ਅਜਿਹੇ ਲੋਕਾਂ ਨਾਲ ਡੀਲ ਕਰਨਾ ਵੀ ਕੋਈ ਵੱਡੀ ਗੱਲ ਨਹੀਂ ਰਹਿੰਦੀ ਹੈ। ਜਦੋਂ ਅਸੀਂ ਵੱਡੀਆਂ ਲੜਾਈਆਂ ਲੜਦੇ ਹੋਈਏ ਤਾਂ ਅਜਿਹੀਆਂ ਛੋਟੀਆਂ ਤੇ ਬਹੁਤ ਪੁਰਾਣੀਆਂ ਲੜਾਈਆਂ ਲੜਨੀ ਸੌਖੀ ਗੱਲ ਹੋ ਜਾਂਦੀ ਹੈ। ਤਾਂ ਬਿਨਾਂ ਸ਼ੱਕ ਉੱਥੇ ਲੋਕ ਸੀਗੇ ਤੇ ਉਹਨਾਂ ਨੂੰ ਮੂੰਹ ਤੋੜ ਜਵਾਬ ਵੀ ਦਿੱਤੇ ਗਏ ਜਾਂ ਪਿਆਰ ਨਾਲ ਵੀ ਸਮਝਾਇਆ ਗਿਆ। ਅਮਨਦੀਪ, ਜਦੋਂ ਅਸੀਂ ਗੁਰੂ ਸਾਹਿਬਾਨਾਂ ਦੀ ਗੱਲ ਕਰਦੇ, ਆਖਰੀ ਸਵਾਲ ਹੈ, ਤੁਹਾਡਾ ਸੁਨੇਹਾ ਜਿਹੜਾ ਅੱਜ ਦੀ ਔਰਤ ਨੂੰ, ਤੁਹਾਡਾ ਕੀ ਸੁਨੇਹਾ, ਜਾਂ ਜਿਹੜੀਆਂ ਨਵੀਆਂ ਕੁੜੀਆਂ ਨੇ ਜਿਹੜੀਆਂ ਅੱਜ ਪੜ੍ਹ ਰਹੀਆਂ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੇਰਾ ਕੁੜੀਆਂ ਨੂੰ ਇਹੀ ਸੁਨੇਹਾ ਜਾਂ ਹਮੇਸ਼ਾ ਕੁੜੀਆਂ ਨੂੰ ਇਹੀ ਸਲਾਹ ਹੁੰਦੀ ਹੈ ਕਿ ਤੁਸੀਂ, ਜਿਵੇਂ ਮੈਂ ਪਹਿਲਾਂ ਵੀ ਆਪਦੀ ਪੂਰੀ ਗੱਲਬਾਤ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਅਸੀਂ ਜਦੋਂ ਹੱਕ ਮੰਗਦੀਆਂ ਤਾਂ ਸਾਨੂੰ ਲੜਨਾ ਪਊਗਾ, ਸਾਨੂੰ ਬੋਲਣਾ ਪਊਗਾ। ਸਾਨੂੰ ਉਹ ਜਦੋਂ ਅਸੀਂ ਕਹਿੰਦੇ ਕਿ ਅਸੀਂ ਮੁੰਡਿਆਂ ਦੇ ਬਰਾਬਰ ਹਾਂ ਤਾਂ ਉਹ ਸਿਰਫ ਸ਼ਬਦੀ ਜਿਹੜੀ ਤੁਹਾਡੀ ਧਾਰਨਾ ਨਹੀਂ ਹੋਣੀ ਚਾਹੀਦੀ, ਸਿਰਫ ਸ਼ਬਦੀ ਸਟੇਟਮੈਂਟ ਨਹੀਂ ਹੋਣੀ ਚਾਹੀਦੀ, ਇਹ ਤੁਹਾਡੀ ਅਮਲੀ ਰੂਪ ਦੇ ਵਿੱਚ, ਜਿਹੜੀ ਪ੍ਰੈਕਟੀਕਲ ਰੂਪ ਦੇ ਵਿੱਚ ਦਿਸਣੀ ਚਾਹੀਦੀ ਹੈ। ਤਾਂ ਤੁਸੀਂ ਬਾਹਰ ਆਓ, ਤੁਹਾਡੇ ਖੰਭਾਂ ਨੂੰ ਉਡਾਉਣ ਵਾਸਤੇ ਪੂਰਾ ਜਿਹੜਾ ਅਸਮਾਨ ਖਾਲੀ ਪਿਆ ਏ। ਕੁੜੀਆਂ ਨੂੰ ਵੱਧ ਤੋਂ ਵੱਧ ਸਾਹਿਤ ਨਾਲ ਜੁੜਨਾ ਚਾਹੀਦਾ, ਆਪਦੀ ਸਮਝ ਪਕੇਰੀ ਕਰਨੀ ਚਾਹੀਦੀ ਹੈ। ਕਿਤਾਬਾਂ ਨਾਲ ਜੁੜੋ, ਸਾਹਿਤ ਨਾਲ ਜੁੜੋ, ਆਪਦੀ ਪੜ੍ਹਾਈ ਨਾਲ ਜੁੜੇ ਰਹੋ, ਆਪਦੇ ਅੰਦਰ ਦੀ ਤਾਕਤ ਨੂੰ ਪਛਾਣੋ। ਤੁਸੀਂ ਜ਼ਰੂਰ ਹੀ ਤੁਸੀਂ ਸਿਰਫ ਮੁੰਡਿਆਂ ਦੇ ਬਰਾਬਰ ਹੋਣਾ ਹੀ ਤੁਹਾਡਾ ਟੀਚਾ ਨਹੀਂ ਹੋਣਾ ਚਾਹੀਦਾ। ਇੱਕ ਮਨੁੱਖ ਦੇ ਤੌਰ ਤੇ ਜਿਹੜੇ ਤੁਹਾਡੇ ਫਰਜ਼ ਨੇ ਉਹਨੂੰ ਨਿਭਾਉਣਾ ਸਾਡਾ ਟੀਚਾ ਹੋਣਾ ਚਾਹੀਦਾ। ਇੱਕ ਮਨੁੱਖ ਦੇ ਤੌਰ ਤੇ ਜਿਹੜੇ ਸਾਡੇ ਹੱਕ ਨੇ ਉਹਨਾਂ ਨੂੰ ਪ੍ਰਾਪਤ ਕਰਨਾ ਸਾਡਾ ਟੀਚਾ ਹੋਣਾ ਚਾਹੀਦਾ। ਸਾਡੀ ਕਿਸੇ ਨਾਲ ਮੁਕਾਬਲੇ ਦੀ ਭਾਵਨਾ ਨਹੀਂ ਹੋਣੀ ਚਾਹੀਦੀ। ਤੁਸੀਂ ਆਪਦੀ ਭੂਮਿਕਾ ਨੂੰ ਜਿਹੜੀ ਉਹ ਸੀਮਤ ਨਾ ਕਰੋ, ਆਪਦੇ ਆਪ ਨੂੰ ਇੱਕ ਘੇਰੇ ਦੇ ਵਿੱਚ ਨਾ ਰੱਖੋ। ਤੁਹਾਡੇ ਕੋਲੇ ਪੂਰਾ ਅਸਮਾਨ ਪਿਆ ਏ ਉਡਾਰੀਆਂ ਲਾਉਣ ਦੇ ਲਈ, ਆਜ਼ਾਦੀ ਦੇ ਨਾਲ ਘੁੰਮਣ ਦੇ ਲਈ। ਤੇ ਮਾਪਿਆਂ ਨੂੰ ਵੀ ਮੇਰੀ ਇਹੀ ਬੇਨਤੀ ਹੈ ਕਿ ਅਸੀਂ ਮੌਕਿਆਂ ਦੀ ਬਰਾਬਰਤਾ ਦੇਈਏ। ਜਿਹੜੀਆਂ ਖੁੱਲ੍ਹਾਂ ਜਾਂ ਜਿਹੜੇ ਹੱਕ ਜਾਂ ਜਿਹੜੀ ਬਿਨ ਮੰਗੀ ਆਜ਼ਾਦੀ ਅਸੀਂ ਆਪਦੇ ਮੁੰਡਿਆਂ ਨੂੰ ਪਰੋਸ ਕੇ ਦਿੰਦੇ ਆ, ਤਾਂ ਉਹ ਸਾਡੀਆਂ ਕੁੜੀਆਂ ਕੋਲ ਵੀ ਹੋਣੀ ਚਾਹੀਦੀ ਹੈ, ਤਾਂ ਕਿ ਉਹਨਾਂ ਦੇ ਦਿਮਾਗ ਵੀ ਵਿਕਸਿਤ ਹੋਣ, ਤਾਂ ਕਿ ਪੰਜਾਬੀ ਸੱਭਿਆਚਾਰ ਦੇ ਵਿੱਚੋਂ ਪੈਰ ਦੀ ਜੁੱਤੀ ਤੇ ਗਿੱਚੀ ਪਿੱਛੇ ਮੱਤ ਵਾਲੇ ਮੁਹਾਵਰੇ ਜੜੋਂ ਖਤਮ ਹੋ ਜਾਣ। ਅਮਨਦੀਪ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ।